Subscribe now and press the bell icon. Never miss an update. ਹਾਂਜੀ ਸਵਾਗਤ ਹੈ ਸਾਰੇ ਹੀ ਵਿਊਵਰਸ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ। ਤੇ ਅਸੀਂ ਅੱਜ ਵੀਡੀਓ ਦਾ ਸੈਕਿੰਡ ਪਾਰਟ ਲੈ ਕੇ ਆਏ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੇ ਲਈ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਲੈਸਨ ਅਸੀਂ ਸਟਾਰਟ ਕੀਤਾ ਸੀ ਭਾਰਤੀ ਲੋਕਤੰਤਰ ਦਾ ਸਰੂਪ ਇੰਡੀਅਨ ਡੈਮੋਕ੍ਰੇਸੀ ਐਟ ਵਰਕ। ਤਾਂ ਇਸ ਦੇ ਵਿੱਚ ਅਸੀਂ ਟੌਪਿਕ ਸਟਾਰਟ ਕੀਤਾ ਸੀ ਕਿ ਜਿਹੜਾ ਲੋਕਤੰਤਰ ਹੈ ਉਸ ਦੇ ਮੁੱਢਲੇ ਸਿਧਾਂਤ ਕਿਹੜੇ-ਕਿਹੜੇ ਹਨ। ਲੋਕਤੰਤਰ ਦੇ ਮੁੱਢਲੇ ਸਿਧਾਂਤ ਪਹਿਲੀ ਵੀਡੀਓ ਦੇ ਵਿੱਚ ਅਸੀਂ ਇਹਦੀ ਪਰਿਭਾਸ਼ਾ ਤੇ ਚਾਰ ਜਿਹੜੇ ਮੈਂ ਸਿਧਾਂਤ ਪਹਿਲਾਂ ਚਰਚਾ ਕੀਤੇ ਸੀ ਕਿ ਲੋਕਤੰਤਰ ਦੇ ਵਿੱਚ ਇੱਕ ਸਿਧਾਂਤ ਹੈ ਸਮਾਨਤਾ, ਦੂਸਰਾ ਸਿਧਾਂਤ ਹੈ ਸੁਤੰਤਰਤਾ ਤੇ ਤੀਸਰਾ ਸਿਧਾਂਤ ਮੈਂ ਤੁਹਾਨੂੰ ਲਿਖਵਾਇਆ ਸੀ ਇਸ ਦੇ ਵਿੱਚ ਭਾਈਚਾਰਾ ਤੇ ਚੌਥਾ ਜਿਹੜਾ ਸਿਧਾਂਤ ਇਹਦੇ ਵਿੱਚ ਲਿਖਵਾਇਆ ਗਿਆ ਸੀ ਕਾਨੂੰਨ ਦਾ ਸ਼ਾਸਨ। ਇਹਨਾਂ ਚਾਰਾਂ ਦੇ ਉੱਤੇ ਅਸੀਂ ਪਹਿਲਾਂ ਫਸਟ ਵੀਡੀਓ ਦੇ ਵਿੱਚ ਡਿਸਕਸ਼ਨ ਕਰ ਚੁੱਕੇ ਹਾਂ। ਤਾਂ ਅਸੀਂ 4 ਪੁਆਇੰਟ ਐਕਸਪਲੇਨ ਕੀਤੇ। ਹੁਣ ਇਸ ਤੋਂ ਬਾਅਦ ਅਸੀਂ ਅੱਜ 5ਵਾਂ ਪੁਆਇੰਟ ਐਕਸਪਲੇਨ ਕਰਾਂਗੇ ਉੱਤਰਦਾਈ ਸਰਕਾਰ। ਉੱਤਰਦਾਈ ਸਰਕਾਰ ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਅਕਾਊਂਟੇਬਲ ਗੌਰਮੈਂਟ। ਅਕਾਊਂਟੇਬਲ ਗੌਰਮੈਂਟ। ਤਾਂ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਮੁੱਢਲੇ ਸਿਧਾਂਤਾਂ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਮੰਨੀ ਜਾਂਦੀ ਹੈ ਉਹ ਹੈ ਉੱਤਰਦਾਈ ਸਰਕਾਰ। ਉੱਤਰਦਾਈ ਸਰਕਾਰ ਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਦੁਆਰਾ ਜਿਹੜੀ ਸਰਕਾਰ ਲੋਕਤੰਤਰ ਦੇ ਅੰਦਰ ਚੁਣੀ ਜਾਏਗੀ ਉਹ ਸਰਕਾਰ ਜਨਤਾ ਦੇ ਪ੍ਰਤੀ ਆਪਣੇ ਕੰਮਾਂ ਨੂੰ ਲੈ ਕੇ ਜਵਾਬਦੇਹ ਹੋਣੀ ਚਾਹੀਦੀ ਹੈ। ਸਰਕਾਰ ਦੁਆਰਾ ਲਿਆ ਗਿਆ ਕੋਈ ਵੀ ਫੈਸਲਾ ਅਗਰ ਉਸ ਦੇ ਉੱਤੇ ਕਿਸੇ ਪ੍ਰਕਾਰ ਦਾ ਸਵਾਲੀਆ ਨਿਸ਼ਾਨ ਜਾਂ ਕੋਈ ਕੁਐਸਚਨ ਚਿੰਨ੍ਹ ਜਿਹੜਾ ਜਨਤਾ ਦੁਆਰਾ ਲਗਾਇਆ ਜਾਂਦਾ ਹੈ ਤਾਂ ਜਨਤਾ ਦੇ ਸਵਾਲਾਂ ਨੂੰ ਸੈਟੀਸਫਾਈਡ ਕਰਨਾ, ਉਹਦਾ ਇੱਕ ਪ੍ਰੋਪਰ ਜਵਾਬ ਦੇਣਾ ਇਹ ਸਰਕਾਰ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਾਡੇ ਦੇਸ਼ ਦੇ ਸਾਬਕਾ ਜਿਹੜੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਜਿਸ ਸਮੇਂ ਸਾਡੀ ਨੈਸ਼ਨਲ ਅਸੈਂਬਲੀ ਬਣੀ ਸੀ, ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਸਾਡਾ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਸੀ, ਤਾਂ ਉਸ ਸਮੇਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਜਿਹੜੀ ਸਾਡੀ ਸਰਕਾਰ ਹੈ ਪਾਰਲੀਮੈਂਟਰੀ ਮਾਡਲ ਹੈ, ਸੰਸਦੀ ਸਰਕਾਰ ਹੈ, ਉਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਜਨਤਾ ਦੇ ਪ੍ਰਤੀ ਜਵਾਬਦੇਹੀ ਹੋਣੀ ਚਾਹੀਦੀ ਹੈ, ਅਕਾਊਂਟੇਬਲ ਹੋਣੀ ਚਾਹੀਦੀ ਹੈ। ਜਿਵੇਂ ਕਿ ਅਸੀਂ ਇਹ ਦੇਖਿਆ ਕਿ ਜਿਹੜਾ USSR ਦਾ ਮਾਡਲ ਸੀ ਜੋ ਕਿ 1991 ਦੇ ਵਿੱਚ ਖਤਮ ਹੋ ਗਿਆ ਸੀ, ਤਾਂ ਉਸਦੇ ਖਤਮ ਹੋਣ ਦੇ ਪਿੱਛੇ ਇੱਕ ਜਿਹੜਾ ਵੱਡਾ ਕਾਰਨ ਮੰਨਿਆ ਜਾਂਦਾ ਹੈ ਉਹ ਇਹ ਰਾਜਨੀਤੀ ਜਿਹੜੇ ਵਿਦਵਾਨ ਉਹਨਾਂ ਨੇ ਕਿਹਾ ਕਿ ਜਿਹੜੀ ਇਹ USSR ਦਾ ਸਰਕਾਰ ਦਾ ਮਾਡਲ ਸੀ ਇਹਦੇ ਵਿੱਚ ਸਰਕਾਰ ਜਵਾਬਦੇਹ ਨਹੀਂ ਸੀ ਕਿ ਉਹ ਚਾਹੇ ਜਿੰਨਾ ਮਰਜ਼ੀ ਖਰਚਾ ਕਰੇ, ਜਿੱਥੇ ਮਰਜ਼ੀ ਪੈਸਾ ਖਰਾਬ ਕਰੇ, ਉਹ ਜਨਤਾ ਨੂੰ ਹਿਸਾਬ ਕਿਤਾਬ ਦੇਣ ਵਾਸਤੇ ਜਿਹੜੀ ਬਾਧਿਆ ਨਹੀਂ ਸੀ। ਤਾਂ ਇਸੇ ਕਰਕੇ ਜਿਹੜਾ USSR ਮਾਡਲ ਹੈ ਉਹ ਫੇਲ ਹੋਇਆ ਸੀ। ਕਿਤੇ ਨਾ ਕਿਤੇ ਉਹਦੇ ਵਿਘਟਨ ਦੇ ਵਿੱਚ ਇੱਕ ਜਿਹੜਾ ਇੰਪੋਰਟੈਂਟ ਕਾਰਨ ਮੰਨਿਆ ਜਾਂਦਾ ਤਾਂ ਉਹਨਾਂ ਕਾਰਨਾਂ ਦੇ ਵਿੱਚ ਹੀ ਇੱਕ ਸਭ ਤੋਂ ਵੱਡਾ ਕਾਰਨ ਸੀ ਉੱਤਰਦਾਈ ਸਰਕਾਰ ਦੀ ਅਣਹੋਂਦ। ਤਾਂ ਭਾਰਤ ਦੇ ਵਿੱਚ ਜਿਹੜੀ ਉੱਤਰਦਾਈ ਸਰਕਾਰ ਹੈ ਅਤੇ ਅੱਜ ਵੀ ਸਰਕਾਰ ਨੇ ਇੱਕ 2005 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਨੂੰ ਅਸੀਂ ਬੋਲਦੇ ਹਾਂ RTI, ਰਾਈਟ ਟੂ ਇਨਫੋਰਮੇਸ਼ਨ, ਕਿ ਜਿਹੜੀ ਸਾਡੇ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਆਪਣੀ ਜਨਤਾ ਨੂੰ ਆਪਣੇ ਕੰਮਾਂ ਦੇ ਪ੍ਰਤੀ ਜਵਾਬਦੇਹੀ ਹੋਏਗੀ। ਇਸ ਦੇ ਲਈ ਜਨਤਾ ਦੇ ਹੱਥ ਦੇ ਵਿੱਚ ਇੱਕ ਬਹੁਤ ਵੱਡੀ ਪਾਵਰ ਹੈ RTI, ਜੋ ਕਿ ਡਾਕਟਰ ਮਨਮੋਹਨ ਸਿੰਘ ਜਿਸ ਸਮੇਂ ਸਾਡੇ ਪ੍ਰਧਾਨ ਮੰਤਰੀ ਸਨ ਉਸ ਸਮੇਂ ਇਸ ਐਕਟ ਨੂੰ ਲਾਗੂ ਕੀਤਾ ਗਿਆ। ਅਤੇ ਇਸੇ ਐਕਟ ਦੇ ਤਹਿਤ ਹੁਣ ਜਨਤਾ RTI ਲਗਾ ਕੇ ਸਰਕਾਰੀ ਵਿਭਾਗ ਦੇ ਕਿਸੇ ਵੀ ਕੰਮ ਦੇ ਸੰਬੰਧਿਤ ਉੱਤੇ ਕਿੰਨਾ ਪੈਸਾ ਲੱਗਿਆ ਹੈ, ਕਿੰਨਾ ਖਰਚਾ ਕੀਤਾ ਗਿਆ ਹੈ, ਕਿੰਨੇ ਟਾਈਮ 'ਚ ਕੰਮ ਕੰਪਲੀਟ ਹੋਇਆ ਹੈ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਆਪਣੇ ਇੱਕ ਸਿੰਪਲ ਇੱਕ ਬੇਸਿਕ ਇੰਟਰਨੈਟ 'ਤੇ ਜਾ ਕੇ ਅਤੇ ਜਾਣਕਾਰੀ ਹਾਸਲ ਕਰ ਸਕਦੇ ਹੋ। ਕੋਈ ਵੀ ਮੰਨ ਲਓ ਭਾਰਤ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਪੋਸਟਾਂ ਆਈਆਂ ਨੇ, ਉਸ ਪੋਸਟ ਦੇ ਉੱਤੇ ਕਿਹੜੇ ਬੰਦੇ ਜੁਆਇਨ ਹੋਏ ਨੇ ਅਤੇ ਕਿੰਨੀਆਂ ਭਰਤੀਆਂ ਨਿਕਲੀਆਂ ਸਨ, ਕੌਣ ਸਿਲੈਕਟ ਹੋਏ ਆ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਇੱਕ ਸਿੰਪਲ ਮੈਸੇਜ ਦੇ ਰਾਹੀਂ ਜਾਂ ਇੰਟਰਨੈਟ 'ਤੇ ਜਾ ਕੇ ਜਿਹੜੀ ਉਹ ਜਾਣਕਾਰੀ ਹਾਸਲ ਕਰ ਸਕਦੇ ਹੋ। ਤਾਂ ਇਸ ਦੇ ਨਾਲ ਸਰਕਾਰ ਦੇ ਅੰਦਰ ਕੀ ਆਏਗੀ? ਟਰਾਂਸਪੇਰੈਂਸੀ। ਟਰਾਂਸਪੇਰੈਂਸੀ ਦਾ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਪਾਰਦਰਸ਼ਿਤਾ। ਪਾਰਦਰਸ਼ਿਤਾ ਆ ਜਾਂਦੀ ਹੈ। ਪਾਰਦਰਸ਼ਿਤਾ ਦਾ ਮਤਲਬ ਕਿ ਉਸ ਨੂੰ ਦੇਖਿਆ ਜਾ ਸਕਦਾ ਹੈ ਕਿ ਸਰਕਾਰ ਕਿਸ ਤਰੀਕੇ ਨਾਲ ਵਰਕ ਕਰ ਰਹੀ ਹੈ। ਤਾਂ ਸਿਸਟਮ ਦੇ ਅੰਦਰ ਅਗਰ ਤੁਸੀਂ ਪਾਰਦਰਸ਼ਿਤਾ ਲੈ ਕੇ ਆਉਣੀ ਹੈ ਤਾਂ ਉਸ ਦੇ ਲਈ ਨਹਿਰੂ ਦੀ ਸੋਚ ਫੋਲੋ ਕਰਨੀ ਪਏਗੀ, ਜਵਾਬਦੇਹੀ ਸਰਕਾਰ ਲੈਣੀ ਪਏਗੀ। ਅਗਰ ਜਵਾਬਦੇਹੀ ਸਰਕਾਰ ਨਹੀਂ ਹੋਏਗੀ ਤਾਂ ਸਾਡਾ ਲੋਕਤੰਤਰ ਹੈ ਜਿਹੜਾ ਉਹਦੇ ਮੁੱਢਲੇ ਸਿਧਾਂਤ ਨੇ ਜਿਹੜੇ ਉਹ ਖਤਮ ਹੋ ਜਾਣਗੇ। ਉਸ ਤੋਂ ਬਾਅਦ ਜਿਹੜਾ 6ਵਾਂ ਪੁਆਇੰਟ ਹੈ ਉਹ ਸਾਡਾ ਹੈ ਨਿਯਤਕਾਲੀਨ ਚੋਣਾਂ। ਨਿਯਤਕਾਲੀਨ ਚੋਣਾਂ। ਨਿਯਤਕਾਲੀਨ ਚੋਣਾਂ ਦਾ ਅਰਥ ਇਹ ਹੈ ਕਿ ਲੋਕਤੰਤਰ ਤਾਂ ਹੀ
ਕਾਮਯਾਬ ਹੋਏਗਾ ਜੇਕਰ ਉਹਦੇ ਵਿੱਚ ਜਿਹੜੇ ਇਲੈਕਸ਼ਨ ਨੇ ਉਹ ਇੱਕ ਪਰਫੈਕਟ ਸਮੇਂ ਦੇ ਅੰਦਰ ਅੰਦਰ ਹੋਣ। ਜਿਵੇਂ ਕਿ ਸਾਡੇ ਭਾਰਤ ਦੇ ਵਿੱਚ ਲੋਕ ਸਭਾ ਦੇ ਜਿਹੜੇ ਚੁਣਾਵ ਨੇ ਉਹ ਹਰ 5 ਸਾਲ ਬਾਅਦ ਹੁੰਦੇ ਹੈ। ਵਿਧਾਨ ਸਭਾ ਦੇ ਅਗਰ ਚੁਣਾਵਾਂ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਦੀ ਜਿਹੜੀ ਚੋਣਾਂ ਨੇ ਇਹ ਵੀ 5 ਸਾਲ ਬਾਅਦ ਹੁੰਦੀਆਂ ਨੇ। ਜੇਕਰ ਅਸੀਂ ਸਰਪੰਚੀ ਦੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਸਰਪੰਚੀ ਦੇ ਇਲੈਕਸ਼ਨ ਵੀ ਭਾਰਤ ਵਿੱਚ 5 ਸਾਲ ਬਾਅਦ ਹੁੰਦੇ ਹੈ। ਇਹਦੀ ਇੱਕ ਪਰਫੈਕਟ ਜਿਹੜੀ ਡੇਟ ਹੈ ਜਾਂ ਟਾਈਮ ਪੀਰੀਅਡ ਹੈ ਜਿਹੜਾ ਉਹ ਸਿਲੈਕਟ ਕੀਤਾ ਜਾਂਦਾ ਹੈ, ਔਰ ਚੋਣਾਂ ਨੂੰ ਸਹੀ ਸਮੇਂ 'ਤੇ ਕਰਾਉਣ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਉਹ ਸਾਡੀ ਹੁੰਦੀ ਹੈ ਚੋਣ ਕਮਿਸ਼ਨਰ ਦੀ, ਇਲੈਕਸ਼ਨ ਕਮਿਸ਼ਨਰ। ਭਾਰਤ ਦਾ ਜਿਹੜਾ ਚੋਣ ਆਯੋਗ ਹੈ ਉਹ ਸਮੇਂ-ਸਮੇਂ 'ਤੇ ਵੱਖ-ਵੱਖ ਜਿਹੜੇ ਮਹਿਕਮਿਆਂ ਦੇ ਲਈ ਜਾਂ ਵੱਖ-ਵੱਖ ਜਿਹੜੀਆਂ ਪੋਸਟਾਂ ਦੇ ਲਈ ਜਿਹੜੀਆਂ ਚੋਣਾਂ ਕਰਵਾਏਗਾ। ਲੋਕ ਸਭਾ ਦੀ ਚੋਣਾਂ ਅਲੱਗ ਸਮੇਂ 'ਤੇ ਹੋਣਗੀਆਂ, ਵਿਧਾਨ ਸਭਾ ਦੀ ਕਿਸ ਸਮੇਂ ਹੋਣਗੀਆਂ, ਸਰਪੰਚਾਂ ਦੀਆਂ ਕਦੋਂ ਹੋਣਗੀਆਂ, ਕਿਹੜੇ ਪਿੰਡ ਦੇ ਵਿੱਚ ਸਰਪੰਚੀ ਦੀ ਵੋਟਾਂ ਕਦੋਂ ਪੈਣੀਆਂ ਨੇ, ਇਹ ਸਾਰੇ ਦਾ ਸਾਰਾ ਜਿਹੜਾ ਡਿਪਾਰਟਮੈਂਟ ਹੈ ਦਾ ਕੰਮ ਹੈ ਉਹ ਕੌਣ ਸੰਭਾਲੇਗਾ? ਸਾਡਾ ਚੋਣ ਆਯੋਗ। ਅਤੇ ਚੋਣ ਆਯੋਗ ਜਿਹੜਾ ਟਾਈਮ ਟੂ ਟਾਈਮ ਸਾਡੇ ਭਾਰਤ ਦੇ ਵਿੱਚ ਹਰ 5 ਸਾਲ ਬਾਅਦ ਜਿਹੜੇ ਇਲੈਕਸ਼ਨ ਕਰਵਾਏਗਾ। ਪਰ ਕੁਛ ਚੋਣਾਂ ਤੁਹਾਡੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਵੀ ਹੋ ਸਕਦੀਆਂ ਨੇ, ਜਿਵੇਂ ਕਿ ਰਾਜ ਸਭਾ ਦੀ ਚੋਣਾਂ ਨੇ। ਰਾਜ ਸਭਾ ਦੀ ਜਿਹੜੀ ਚੋਣਾਂ ਨੇ ਉਹ 6 ਸਾਲ ਬਾਅਦ ਹੁੰਦੀਆਂ ਨੇ, ਉਹਦਾ ਟਾਈਮ ਪੀਰੀਅਡ 6 ਸਾਲ ਹੈ। ਤਾਂ ਇਹ ਅਲੱਗ-ਅਲੱਗ ਹੈ। ਮੋਸਟਲੀ ਲਗਭਗ ਜ਼ਿਆਦਾ ਕਰਕੇ ਭਾਰਤ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਜਿਹੜੇ ਇਲੈਕਸ਼ਨ ਨੇ ਉਹ 5 ਸਾਲ ਬਾਅਦ ਹੁੰਦੇ ਆ। ਪਰ ਜਿਹੜੇ ਰਾਜ ਸਭਾ ਦੇ ਇਲੈਕਸ਼ਨ ਹੈ ਇਹ ਸਾਡੇ ਜਿਹੜੇ 6 ਸਾਲ ਵਾਸਤੇ ਹੁੰਦੇ ਆ। ਪਰ ਇਹਦਾ ਇਹ ਅਰਥ ਹੋਇਆ ਕਿ ਭਾਵੇਂ ਸਮਾਂ 6 ਸਾਲ ਹੈ ਪਰ ਇਹਦਾ ਟਾਈਮ ਪੀਰੀਅਡ ਫਿਕਸ ਹੈ ਕਿ ਸਪੋਜ਼ ਕਰੋ ਜੇ 2017 'ਚ ਹੋਏ ਨੇ ਤਾਂ ਅੱਗੇ 2023 ਦੇ ਵਿੱਚ ਹੋਣਗੇ ਹੀ ਹੋਣਗੇ। ਇਹ ਨਹੀਂ ਕਿ ਉਸ ਨੂੰ ਅੱਗੇ ਵਧਾਇਆ ਜਾ ਸਕਦਾ ਕਿ ਉਸ ਨੂੰ 2025 ਤੱਕ ਲੈ ਜਾਈਏ, 2026 ਤੱਕ ਲੈ ਜਾਈਏ। ਹਾਂ, ਕੁਛ ਖਾਸ ਹਾਲਾਤਾਂ ਹੈਗੀਆਂ ਨੇ, ਜਿਵੇਂ ਅਸੀਂ ਮੰਨ ਲਓ ਕਿ ਅਨੁਛੇਦ 352 ਜੋ ਕਿ ਰਾਸ਼ਟਰਪਤੀ ਦੀ ਸੰਕਟਕਾਲੀਨ ਸ਼ਕਤੀਆਂ ਨੇ, ਤਾਂ ਉਹਦੇ ਵਿੱਚ ਜਿਵੇਂ ਲੋਕ ਸਭਾ ਨੂੰ 5 ਸਾਲ ਤੋਂ ਉਹਦਾ ਟਾਈਮ ਪੀਰੀਅਡ ਕੀ ਕੀਤਾ ਜਾ ਸਕਦਾ ਹੈ? ਵਧਾਇਆ ਜਾ ਸਕਦਾ ਹੈ। ਫੋਰ ਐਗਜ਼ਾਮਪਲ 1977 ਦੇ ਵਿੱਚ ਜਦੋਂ ਭਾਰਤ ਦੇ ਵਿੱਚ 25 ਜੂਨ ਨੂੰ ਐਮਰਜੈਂਸੀ ਲਗਾਈ ਗਈ ਸੀ, ਤਾਂ ਐਮਰਜੈਂਸੀ ਦੇ ਸਮੇਂ ਦੇ ਦੌਰਾਨ ਇੰਦਰਾ ਗਾਂਧੀ ਨੇ ਜਿਹੜਾ ਲੋਕ ਸਭਾ ਦਾ ਕਾਰਜਕਾਲ ਹੈ 2 ਵਾਰ 6-6 ਮਹੀਨੇ ਕਰਕੇ ਵਧਾ ਲਿਆ ਸੀ। ਤਾਂ ਉਸ ਸਮੇਂ ਲੋਕ ਸਭਾ ਸਾਡੀ 6 ਸਾਲ ਵੀ ਚੱਲ ਗਈ ਸੀ। ਪਰ ਇਹ ਕੁਛ ਖਾਸ ਹਾਲਾਤਾਂ ਦੇ ਵਿੱਚ ਹੀ ਹੁੰਦਾ। ਐਮਰਜੈਂਸੀ ਲਗਾਉਣੀ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਟਫ ਕੰਮ ਹੈ। ਤਾਂ ਉਸ ਸਮੇਂ ਤਾਂ ਜਿਹੜੀ ਕੰਡੀਸ਼ਨ ਸੀ, ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਪੂਰੇ ਇੰਡੀਆ 'ਚ ਡੋਮੀਨੇਟ ਕਰਦੀ ਸੀ ਅਤੇ ਉਸ ਸਮੇਂ ਰਾਜਾਂ ਦੀ ਸਰਕਾਰਾਂ ਦੇ ਕੋਲ ਇੰਨੀਆਂ ਪਾਵਰ ਨਹੀਂ ਸਨ, ਤਾਂ ਉਸ ਸਮੇਂ ਐਮਰਜੈਂਸੀ ਲਗਾਉਣਾ ਕੁਛ ਆਸਾਨ ਲੱਗਦਾ ਸੀ। ਪਰ ਇਹ ਫੈਸਲਾ ਬਹੁਤ ਵੱਡਾ ਹੈ। ਪਰ ਉਸ ਦੇ ਬਾਵਜੂਦ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ ਸਭਾ ਦਾ ਕਾਰਜਕਾਲ ਵਿਸ਼ੇਸ਼ ਹਾਲਾਤਾਂ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ? ਵਧਾਇਆ ਜਾ ਸਕਦਾ ਹੈ। ਇਸ ਤੋਂ ਬਾਅਦ 7ਵਾਂ ਪੁਆਇੰਟ ਹੈਗਾ ਬਹੁਮਤ ਦਾ ਸ਼ਾਸਨ। ਤਾਂ 6 ਪੁਆਇੰਟ ਅਸੀਂ ਐਕਸਪਲੇਨ ਕਰ ਚੁੱਕੇ ਹਾਂ। ਹੁਣ 7ਵੇਂ ਪੁਆਇੰਟ ਦੇ ਵਿੱਚ ਅਸੀਂ ਐਕਸਪਲੇਨੇਸ਼ਨ ਦਿੰਦੇ ਹਾਂ। ਬਹੁਮਤ ਦੇ ਸ਼ਾਸਨ ਦਾ ਅਰਥ ਕੀ ਹੈ ਕਿ ਭਾਰਤ ਦੇ ਵਿੱਚ ਕੋਈ ਵੀ ਡਿਪਾਰਟਮੈਂਟ ਹੈ, ਜਿਵੇਂ ਸਪੋਜ਼ ਕਰੋ ਕਿ ਸਾਡੇ ਭਾਰਤ ਦੀ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਕੋਈ ਵੀ ਐਗਜ਼ਾਮਪਲ ਲੈ ਲੈਂਦੇ। ਲੋਕ ਸਭਾ ਦੀ ਸੀਟਾਂ ਕਿੰਨੀਆਂ ਨੇ ਸਾਡੀਆਂ? 543। ਤਾਂ ਬਹੁਮਤ ਦਾ ਸ਼ਾਸਨ ਕਦੋਂ ਹੋਏਗਾ? ਜਦੋਂ ਅੱਧੇ ਤੋਂ ਜ਼ਿਆਦਾ ਮੈਂਬਰ ਕਿਸੇ ਪਾਰਟੀ ਦੇ ਜਦੋਂ ਸਰਕਾਰ ਬਣਾਉਣਗੇ। ਤਾਂ ਅੱਧੇ ਤੋਂ ਜ਼ਿਆਦਾ ਦੇਖਿਆ ਜਾਵੇ ਤਾਂ ਸਾਡੇ ਭਾਰਤ ਦੇ ਵਿੱਚ 543 ਦੇ ਵਿੱਚ ਜਿਸ ਰਾਜਨੀਤਿਕ ਦਲ ਨੂੰ 272 ਮੈਂਬਰ ਲੋਕ ਸਭਾ ਦੇ ਵਿੱਚ ਸਮਰਥਨ ਦੇਣਗੇ ਤਾਂ ਉਹ ਪਾਰਟੀ ਸੱਤਾਧਾਰੀ ਪਾਰਟੀ ਹੋਏਗੀ, ਯਾਨੀ ਕਿ ਉਹ ਸ਼ਾਸਨ ਚਲਾਉਣ ਦੇ ਲਈ ਯੋਗ ਮੰਨੀ ਜਾਏਗੀ। ਉਸ ਨੂੰ ਸੱਤਾ ਧਿਰ ਬੋਲਦੇ ਜਾਂ ਸੱਤਾਧਾਰੀ ਪਾਰਟੀ ਬੋਲਦੇ ਆ। ਔਰ ਜਿਹੜੀ ਪਾਰਟੀਆਂ ਨੂੰ 272 ਸੀਟਾਂ ਪ੍ਰਾਪਤ ਨਹੀਂ ਹੁੰਦੀਆਂ ਉਸ ਨੂੰ ਅਸੀਂ ਵਿਰੋਧੀ ਧਿਰ ਜਾਂ ਵਿਰੋਧੀ ਪਾਰਟੀ ਬੋਲਦੇ ਹਾਂ। ਤਾਂ ਬਹੁਮਤ ਦੇ ਸ਼ਾਸਨ ਦਾ ਅਰਥ ਇਹ ਹੋਇਆ ਕਿ ਜਦੋਂ ਕਿਸੇ ਵੀ ਜਿਵੇਂ ਕਿ ਵਿਧਾਨ ਪਾਲਿਕਾ ਹੈ, ਚਾਹੇ ਉਹ ਕੇਂਦਰ ਲੈਵਲ 'ਤੇ ਹੈ ਅਤੇ ਚਾਹੇ ਰਾਜਾਂ ਦੇ ਲੈਵਲ 'ਤੇ ਹੈ, ਜਦ ਤੱਕ ਉਸ ਦੇ ਕੋਲ ਅੱਧੇ ਤੋਂ ਜ਼ਿਆਦਾ ਸੀਟਾਂ ਪ੍ਰਾਪਤ ਨਹੀਂ ਹੋਣਗੀਆਂ ਤਾਂ ਉਦੋਂ ਤੱਕ ਉਹ ਸਰਕਾਰ ਨਹੀਂ ਬਣਾਏਗੀ। ਅਤੇ ਜਦੋਂ ਉਹਦੀਆਂ ਅੱਧੇ ਤੋਂ ਜ਼ਿਆਦਾ ਸੀਟਾਂ ਪ੍ਰਾਪਤ ਉਸ ਨੂੰ ਹੋ ਗਈਆਂ ਤਾਂ ਇਸ ਨੂੰ ਅਸੀਂ ਕੀ ਬੋਲਦੇ ਹਾਂ? ਬਹੁਮਤ ਦਾ ਸ਼ਾਸਨ। ਯਾਨੀ ਕਿ ਜਿਹੜੇ ਪਾਸੇ ਮਤ ਦਾ ਮਤਲਬ ਵੋਟਾਂ ਜਿਹੜੇ ਪਾਸੇ ਕੀ ਪੈ ਗਈਆਂ? ਜ਼ਿਆਦਾ ਪੈ ਗਈਆਂ, ਉਹੀ ਪਾਰਟੀ ਕੀ ਕਰ ਸਕਦੀ ਹੈ? ਸ਼ਾਸਨ ਕਰ ਸਕਦੀ ਹੈ। ਤਾਂ ਲੋਕ ਸਭਾ ਦੇ ਵਿੱਚ 543 ਦੇ ਵਿੱਚੋਂ ਕਿੰਨੀਆਂ ਚਾਹੀਦੀਆਂ ਨੇ? 272। ਇਸੇ ਤਰੀਕੇ ਨਾਲ ਅਗਰ ਰਾਜਾਂ ਦੀ ਗੱਲ ਕਰੀਏ, ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਕੱਲ੍ਹ ਇਲੈਕਸ਼ਨ ਹੋ ਕੇ ਹਟੇ ਹੈ, ਤਾਂ ਬਹੁਮਤ ਦਾ ਸ਼ਾਸਨ ਕਦੋਂ ਮੰਨਿਆ ਜਾਏਗਾ? ਜਿਵੇਂ ਸਾਡੇ ਪੰਜਾਬ ਦੀਆਂ ਵਿਧਾਨ ਸਭਾ ਦੀ ਜਿਹੜੀ MLA ਦੀਆਂ ਸੀਟਾਂ ਨੇ ਉਹ ਕਿੰਨੀਆਂ ਨੇ? 117। ਤਾਂ ਬਹੁਮਤ ਕਿਸ ਪਾਰਟੀ ਨੂੰ ਮਿਲੇਗਾ? ਜੇ ਅਸੀਂ 117 ਦੇ ਹਾਫ ਨੂੰ ਕਰੀਏ ਤਾਂ ਹਾਫ ਲਗਭਗ 59 ਬਣਦਾ ਹੈ। ਜੇ ਓਪੋਜੀਸ਼ਨ ਪਾਰਟੀ ਦੇਖੀਏ ਤਾਂ ਫਿਰ ਬਾਕੀ ਕਿੰਨੀਆਂ ਰਹਿ ਜਾਣਗੀਆਂ? 58, ਕਿਉਂਕਿ ਦੋਨਾਂ ਦਾ ਐਡ ਕਿੰਨਾ ਬਣਦਾ? 117। ਤਾਂ ਜਿਹੜੀ ਪਾਰਟੀ ਨੂੰ ਇਸ ਇਲੈਕਸ਼ਨ ਦੇ ਵਿੱਚ 59 ਸੀਟਾਂ ਮਿਲ ਗਈਆਂ ਤਾਂ ਇਹਦਾ ਮਤਲਬ ਪਾਰਟੀ ਕੀ ਬਣੇਗੀ? ਆਪਣੀ ਸਰਕਾਰ। ਔਰ ਜਦੋਂ ਸਰਕਾਰ ਬਣਾਏਗੀ ਤਾਂ ਉਸ ਸਰਕਾਰ ਨੂੰ ਅਸੀਂ ਕੀ ਬੋਲਾਂਗੇ? ਬਹੁਮਤ ਦਾ ਸ਼ਾਸਨ, ਕਿਉਂਕਿ ਉਸ ਪਾਸੇ ਵੋਟਾਂ ਨੇ ਜਿਹੜੀਆਂ MLA ਦੀਆਂ ਜ਼ਿਆਦਾ ਹੋ ਗਈਆਂ, ਇਸ ਕਰਕੇ ਉਹ ਪਾਰਟੀ ਕੀ ਬਣਾ ਲੇਗੀ? ਆਪਣੀ ਸਰਕਾਰ।
ਤਾਂ ਇੱਥੇ ਇੱਕ ਗੱਲ ਇਹ ਵੀ ਮੈਂ ਕਲੀਅਰ ਕਰਦਾ ਕਿ ਬੁੱਕਸ ਦੇ ਵਿੱਚ ਹਾਲੇ ਤੱਕ ਕੁਝ ਬੁੱਕਸ ਨੇ ਜਿਹੜੀਆਂ ਅਪਡੇਟ ਨਹੀਂ ਹੋਈਆਂ। ਤਾਂ ਸਾਡੇ ਲੋਕ ਸਭਾ ਦੇ ਜਿਹੜੇ ਵਰਤਮਾਨ ਮੈਂਬਰ ਨੇ ਉਹ 543 ਨੇ। ਠੀਕ ਹੈ, ਬੁੱਕਸ ਦੇ ਵਿੱਚ ਲਿਖਿਆ ਹੋਇਆ ਹਜੇ ਵੀ ਕੁਝ ਬੁੱਕਸ ਜਿਹੜੀਆਂ ਪੁਰਾਣੇ ਐਡੀਸ਼ਨ ਦੀਆਂ ਚੱਲ ਰਹੀਆਂ ਨੇ ਤਾਂ ਉਹਦੇ ਵਿੱਚ 545 ਮੈਂਬਰ ਲਿਖੇ ਹੋਏ ਆ। ਇਹ 545 ਮੈਂਬਰ ਸਾਡੇ 2020 ਤੱਕ ਤਾਂ ਹੈਗੇ ਸੀ, ਜਨਵਰੀ ਦੇ ਮਹੀਨੇ ਤੱਕ, ਲੇਕਿਨ ਹੁਣ ਇਹਨਾਂ ਮੈਂਬਰਾਂ ਦੀ ਗਿਣਤੀ ਜਿਹੜੀ ਵਰਤਮਾਨ ਸਮੇਂ ਹੈਗੀ ਹੈ ਲੋਕ ਸਭਾ 'ਚੋਂ 543 ਹੈ। ਹੁਣ ਇਹ ਜਿਹੜੇ 2 ਮੈਂਬਰ ਇਹ 'ਚੋਂ ਘਟੇ ਹੈ ਤਾਂ ਉਹ ਮੈਂਬਰਾਂ ਨੂੰ ਅਸੀਂ ਪਹਿਲਾਂ ਕੀ ਬੋਲਦੇ ਸੀ ਭਾਰਤ ਦੇ ਵਿੱਚ ਐਂਗਲੋ ਇੰਡੀਅਨ ਮੈਂਬਰ। ਹੁਣ ਜਿਹੜੇ ਐਂਗਲੋ ਇੰਡੀਅਨ ਮੈਂਬਰ ਨੇ ਇਹ ਭਾਰਤੀ ਸੰਵਿਧਾਨ ਦੇ ਵਿੱਚੋਂ ਖਾਰਿਜ ਕਰ ਦਿੱਤੇ ਗਏ ਨੇ ਅਤੇ ਇਸ ਦਾ ਜਿਹੜਾ ਅਨੁਛੇਦ ਸੀ ਸੰਵਿਧਾਨ ਦੇ ਵਿੱਚ ਉਹ ਸੀ ਅਨੁਛੇਦ ਨੰਬਰ 331। ਤਾਂ ਇਹ ਅਨੁਛੇਦ ਨੰਬਰ 331 'ਚ ਵਿਵਸਥਾ ਕੀਤੀ ਗਈ ਸੀ ਕਿ 2 ਐਂਗਲੋ ਇੰਡੀਅਨ ਮੈਂਬਰ ਨੇ ਜਿਹੜੇ ਉਹ ਭਾਰਤ ਦੇ ਵਿੱਚ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਨਾਮਜ਼ਦ ਕਰੇਗਾ। ਲੇਕਿਨ ਹੁਣ ਇਹ ਜਿਹੜੇ 2 ਐਂਗਲੋ ਇੰਡੀਅਨ ਮੈਂਬਰ ਨੇ ਇਸ ਨੂੰ ਮੋਦੀ ਸਰਕਾਰ ਨੇ 2020 ਦੇ ਵਿੱਚ ਹਟਾਤਾ ਅਤੇ ਇਸ ਸਮੇਂ ਸਾਡੀ ਵਰਤਮਾਨ ਜਿਹੜੀ ਵਿਵਸਥਾ ਹੈ ਉਹਦੇ ਵਿੱਚ ਲੋਕ ਸਭਾ ਦੇ ਮੈਂਬਰ 543 ਨੇ। ਪਰ ਜੇ ਵੱਧ ਤੋਂ ਵੱਧ ਪੁੱਛੇ ਤਾਂ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਆ? 550 ਵੀ ਹੋ ਸਕਦੇ ਆ। ਉਹ ਜਿਹੜਾ POK ਵਾਲਾ ਜਿਹੜਾ ਵਿਵਾਦ ਹੈ ਉਹਦੇ ਵਿੱਚ ਉਹ 7 ਮੈਂਬਰ ਸਿਲੈਕਟ ਨਹੀਂ ਹੁੰਦੇ। ਹੁਣ ਇੱਕ ਕੁਐਸਚਨ ਇਹ ਵੀ ਬਣਦਾ ਕਿ ਐਂਗਲੋ ਇੰਡੀਅਨ ਮੈਂਬਰ ਕਿਹੜੇ ਹੁੰਦੇ ਆ? ਐਂਗਲੋ ਇੰਡੀਅਨ ਮੈਂਬਰ ਨੇ ਉਹ ਮੈਂਬਰ ਨੇ ਜੋ ਬ੍ਰਿਟਿਸ਼ ਕਾਲ ਦੇ ਵਿੱਚ ਭਾਰਤ ਦੇ ਵਿੱਚ ਆਏ ਸਨ ਅਤੇ ਅਗਰ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਅੱਜ ਵੀ ਕੋਈ ਵਿਅਕਤੀ ਭਾਰਤ ਦੇ ਵਿੱਚ ਰਹਿ ਰਿਹਾ ਤਾਂ ਉਸ ਨੂੰ ਅਸੀਂ ਕੀ ਬੋਲਾਂਗੇ? ਐਂਗਲੋ ਇੰਡੀਅਨ ਮੈਂਬਰ। ਕਿ ਅੰਗਰੇਜ਼ਾਂ ਦੀ ਜਦੋਂ ਬ੍ਰਿਟਿਸ਼ ਇੰਡੀਆ ਕੰਪਨੀ ਆਈ ਸੀ, ਈਸਟ ਇੰਡੀਆ ਕੰਪਨੀ, ਤਾਂ ਉਹਨਾਂ ਦੇ ਕਾਲ ਤੋਂ 16ਵੀਂ ਸਦੀ ਤੋਂ ਲੈ ਕੇ ਅਗਰ ਜਦ ਤੱਕ ਅੰਗਰੇਜ਼ ਸਾਡੇ ਭਾਰਤ 'ਚੋਂ ਗਏ ਨੇ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਕੋਈ ਵੀ ਵਿਅਕਤੀ ਅਗਰ ਅੱਜ ਭਾਰਤ ਦੇ ਵਿੱਚ ਰਹਿ ਰਿਹਾ ਤਾਂ ਉਸੇ ਨੂੰ ਅਸੀਂ ਕੀ ਬੋਲਦੇ ਹਾਂ? ਐਂਗਲੋ ਇੰਡੀਅਨ ਮੈਂਬਰ। ਤਾਂ ਬਹੁਮਤ ਦਾ ਸ਼ਾਸਨ ਸਭ ਨੂੰ ਕਲੀਅਰ ਹੋਏਗਾ ਕਿ ਬਹੁਮਤ ਦੇ ਸ਼ਾਸਨ ਦਾ ਮਤਲਬ ਜਿਹਦੇ ਵਿੱਚ ਜਿਹੜੇ ਪੱਖ ਦੇ ਵਿੱਚ ਵੋਟਾਂ ਕੀ ਪੈਣਗੀਆਂ ਜ਼ਿਆਦਾ ਉਹੀ ਪਾਰਟੀ ਭਾਰਤ ਦੇ ਵਿੱਚ ਕੀ ਕਰੇਗੀ? ਸ਼ਾਸਨ ਕਰੇਗੀ। ਤਾਂ ਇਹ ਸੀ ਤੁਹਾਡਾ ਪੁਆਇੰਟ ਬਹੁਮਤ ਦਾ ਸ਼ਾਸਨ। ਇਸ ਤੋਂ ਬਾਅਦ ਸਾਡੇ ਕੋਲ 8ਵਾਂ ਪੁਆਇੰਟ ਹੈਗਾ ਨਾਗਰਿਕਾਂ ਦੇ ਅਧਿਕਾਰ। ਨਾਗਰਿਕਾਂ ਦੇ ਅਧਿਕਾਰ। ਲੋਕਤੰਤਰ ਦੇ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਕੀ ਦਿੱਤੇ ਜਾਣ? ਅਧਿਕਾਰ ਦਿੱਤੇ ਜਾਣ। ਜਦ ਤੱਕ ਲੋਕਾਂ ਨੂੰ ਅਧਿਕਾਰ ਨਹੀਂ ਮਿਲਣਗੇ ਤਾਂ ਉਹ ਆਪਣੇ ਆਪ ਨੂੰ ਲੋਕਤੰਤਰ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਭਾਰਤ ਵਿੱਚ ਰਹਿਣ ਵਾਲੇ ਕੋਈ ਵੀ ਵਿਅਕਤੀ ਨੂੰ ਸੰਵਿਧਾਨ ਦੇ ਦੁਆਰਾ ਕੁਝ ਮੌਲਿਕ ਜਿਹੜੇ ਅਧਿਕਾਰ ਨੇ ਉਹ ਪ੍ਰਦਾਨ ਕੀਤੇ ਜਾਂਦੇ ਨੇ। ਜੋ ਵੀ ਵਿਅਕਤੀ ਭਾਰਤ ਦਾ ਪਰਮਾਨੈਂਟਲੀ ਤੌਰ 'ਤੇ ਨਾਗਰਿਕ ਹੈ ਉਹਨਾਂ ਨਾਗਰਿਕਾਂ ਨੂੰ ਅਸੀਂ ਕੀ ਪ੍ਰੋਵਾਈਡ ਕਰਦੇ ਹਾਂ? ਮੌਲਿਕ ਅਧਿਕਾਰ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਇਹ ਤੁਸੀਂ ਫਸਟ ਟਰਮ ਦੇ ਵਿੱਚ ਵੀ ਪੜ੍ਹਿਆ ਫੰਡਾਮੈਂਟਲ ਰਾਈਟਸ ਬਾਰੇ। ਅਤੇ ਮੌਲਿਕ ਅਧਿਕਾਰ ਨੇ ਜਿਹੜੇ ਉਹ ਸਾਡੇ ਸੰਵਿਧਾਨ ਦੇ ਭਾਗ ਨੰਬਰ 3 ਦੇ ਵਿੱਚ ਅੰਕਿਤ ਹਨ। ਸੰਵਿਧਾਨ ਦਾ ਭਾਗ ਹੈ ਜਿਹੜਾ ਉਹ 3, ਇਹਦੇ ਵਿੱਚ ਸਾਡੇ ਮੌਲਿਕ ਅਧਿਕਾਰ ਨੇ ਜਿਹੜੇ ਉਹ ਲਿਖੇ ਗਏ ਨੇ। ਮੌਲਿਕ ਅਧਿਕਾਰਾਂ ਦੀ ਵਿਵਸਥਾ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਕੀਤੀ ਹੈ ਅਤੇ ਇਹਦਾ ਜੇਕਰ ਅਸੀਂ ਅਨੁਛੇਦ ਦੇਖੀਏ ਤਾਂ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਦੇ ਭਾਗ 3 ਦੇ ਵਿੱਚ ਅਨੁਛੇਦ ਨੰਬਰ 12 ਤੋਂ ਲੈ ਕੇ 35 ਤੱਕ ਨੇ ਜਿਹੜੇ ਉਹ ਮੌਲਿਕ ਅਧਿਕਾਰ ਨੇ ਜਿਹੜੇ ਉਹ ਲਿਖੇ ਗਏ ਨੇ। ਅਨੁਛੇਦ ਨੰਬਰ 12 ਤੋਂ 35 ਤਾਂ ਇਹਨਾਂ ਦੇ ਵਿੱਚ ਅਸੀਂ ਮੌਲਿਕ ਅਧਿਕਾਰ ਲਿਖੇ ਹੋਏ ਹੈ। ਹੁਣ ਲੋਕਤੰਤਰ ਦੇ ਅੰਦਰ ਜਿਹੜੇ ਮੌਲਿਕ ਅਧਿਕਾਰਾਂ ਦਾ ਹੋਣਾ ਜ਼ਰੂਰੀ ਹੈ। ਜਦ ਤੱਕ ਲੋਕਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹੋਣਗੇ ਤਾਂ ਉਹ ਦੇਸ਼ ਦੇ ਲੋਕ ਨੇ ਜਿਹੜੇ ਆਪਣੀ ਯੂਨਿਟੀ ਹੈ ਜਿਹੜੀ ਉਸ ਨੂੰ ਕ੍ਰੀਏਟ ਨਹੀਂ ਕਰ ਸਕਦੇ। ਜਿਵੇਂ ਕਿ ਸਾਡੇ ਕੋਲ ਭਾਰਤ ਦੇ ਵਿੱਚ ਸਮਾਨਤਾ ਦਾ ਅਧਿਕਾਰ ਹੈਗਾ, ਸੁਤੰਤਰਤਾ ਦਾ ਅਧਿਕਾਰ ਹੈਗਾ, ਜਿਨ੍ਹਾਂ ਬਾਰੇ ਤੁਸੀਂ ਫਸਟ ਟਰਮ ਦੇ ਵਿੱਚ ਪੜ੍ਹਿਆ। ਸਮਾਨਤਾ ਹੋ ਗਿਆ, ਸੁਤੰਤਰਤਾ ਹੋ ਗਿਆ, ਧਰਮ ਨਿਰਪੱਖਤਾ ਦਾ ਅਧਿਕਾਰ ਹੈਗਾ ਸਾਡੇ ਕੋਲ। ਠੀਕ ਹੈ, ਇਸੇ ਤਰੀਕੇ ਨਾਲ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੈ ਸਾਡੇ ਕੋਲ ਇੱਕ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਇਸੇ ਤਰੀਕੇ ਨਾਲ ਇੱਕ ਹੈਗਾ ਸਾਡੇ ਕੋਲ ਵਿੱਦਿਆ ਅਤੇ ਸੰਸਕ੍ਰਿਤੀ ਦਾ ਅਧਿਕਾਰ ਹੈਗਾ ਔਰ ਇੱਕ ਸਾਡੇ ਕੋਲ ਹੈਗਾ ਸੰਵਿਧਾਨਿਕ ਉਪਚਾਰਾਂ ਦੀ ਘੋਸ਼ਣਾ ਦਾ ਅਧਿਕਾਰ। ਇਹ ਸਾਡੇ 6 ਨੇ ਜਿਹੜੇ ਉਹ ਫੰਡਾਮੈਂਟਲ ਰਾਈਟ ਨੇ। ਕੁਛ ਬੁੱਕਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਸਿੱਖਿਆ ਦਾ ਅਧਿਕਾਰ ਹੈ। ਤਾਂ ਇਹ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹਨਾਂ ਦੇ ਵਿੱਚ ਕਈ ਵਾਰ ਕਿਤਾਬਾਂ ਦੇ ਵਿੱਚ ਅਲੱਗ ਤੌਰ 'ਤੇ ਲਿਖਿਆ ਜਾਂਦਾ ਸਿੱਖਿਆ ਦਾ ਅਧਿਕਾਰ। ਇਹ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਐਡੀਸ਼ਨਲ ਦੱਸ ਦਿੰਦਾ ਕਿ ਜਿਹੜਾ ਸਿੱਖਿਆ ਦਾ ਅਧਿਕਾਰ ਹੈ ਉਹ ਆਰਟੀਕਲ ਨੰਬਰ 21A ਦੇ ਵਿੱਚ ਲਿਖਿਆ ਹੋਇਆ ਹੈ ਔਰ ਇਹ ਜਿਹੜਾ ਅਧਿਕਾਰ ਹੈ ਇਹ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਹੀ ਆਉਂਦਾ ਹੈ, ਕਿਉਂਕਿ ਜਿਹੜਾ ਸੁਤੰਤਰਤਾ ਦਾ ਅਧਿਕਾਰ ਹੈ ਉਹ ਅਨੁਛੇਦ 18 ਤੋਂ 22 ਦੇ ਵਿੱਚ ਹੈ ਔਰ ਇਸੇ ਦੇ ਵਿੱਚ ਜਿਹੜਾ 21A ਹੈ ਉਹ ਇਨਕਲੂਡ ਹੈ। ਤਾਂ ਇਸ ਨੂੰ ਅਲੱਗ ਨਹੀਂ ਪੜ੍ਹਨਾ, ਇਹ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਹੀ ਆਉਂਦਾ ਹੈ। ਸ਼ਾਇਦ 8th ਕਲਾਸ ਦੀ ਬੁੱਕ ਹੈ ਜਿਹੜੀ ਪੰਜਾਬ ਬੋਰਡ ਦੀ, ਤਾਂ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸਿੱਖਿਆ ਦਾ ਅਧਿਕਾਰ ਅਲੱਗ ਹੈ, ਜਦ ਕਿ ਉਹ ਐਕਚੁਅਲ ਦੇ ਵਿੱਚ ਉਹ ਇਸੇ ਦਾ ਕੀ ਦਿੱਤਾ ਹੋਇਆ, ਇੱਕ ਪਾਰਟ ਦਿੱਤਾ ਹੋਇਆ।
ਤਾਂ ਹਰੇਕ ਦੇਸ਼ ਦੇ ਅੰਦਰ ਨਾਗਰਿਕਾਂ ਨੂੰ ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਹੋਣੇ ਜ਼ਰੂਰੀ ਹੈ ਜੇਕਰ ਅਸੀਂ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕਰਨਾ ਹੈ। ਜਦ ਤੱਕ ਲੋਕਾਂ ਨੂੰ ਰਾਈਟਸ ਨਹੀਂ ਹੋਣਗੇ ਤਾਂ ਉਦੋਂ ਤੱਕ ਉਹ ਆਪਣੇ ਆਪ ਨੂੰ ਲੋਕਤੰਤਰ ਦੇ ਪ੍ਰਤੀ ਵਫਾਦਾਰ ਨਹੀਂ ਮੰਨਦੇ ਅਤੇ ਨਾ ਹੀ ਉਹ ਲੋਕਤੰਤਰ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਫੋਲੋ ਕਰਦੇ। ਅਤੇ ਇਸ ਦੇ ਲਈ ਜ਼ਰੂਰੀ ਹੋ ਜਾਂਦਾ ਕਿ ਜਿਹੜੇ ਲੋਕ ਨੇ ਉਹ ਲੋਕਤੰਤਰ ਨੂੰ ਤਾਂ ਹੀ ਮੰਨਣਗੇ ਜੇਕਰ ਉਹਨਾਂ ਲੋਕਾਂ ਨੂੰ ਕੀ ਮਿਲਣਗੇ, ਮੌਲਿਕ ਅਧਿਕਾਰ। ਤਾਂ ਇਹ ਸੀ ਤੁਹਾਡਾ ਅੱਜ ਦਾ ਟੌਪਿਕ। Subscribe now and press the bell icon. Never miss an update.